एक गिद्दड़ सी ते खा खा मैल फिटिया सी बड़ा। अच्छा, मैल लोगों को समझ नहीं आती जिस वेले गन्ने के रस नूं कढ़ के ते उहदी पत्त तत्ती करी दी है ना, पत्त पकाई दी उहदी पत्त आखदे ने उहनूं, जिहदे च रस जिहड़ा गन्ने दा हुंदा ओह इक वड्डे कड़ाह च पा के ते थल्ले अग बाली दी है ते ओह फिर रिझदा रहिंदा मतलब कि ओह उबलदा रहिंदा, रिझदा समझ लो, पकदा रहिंदा ते आखिर उह चों पानी उड्ड जांदा है ते फिर गुड़ रह जांदा है ते उहदे नाल गुड़ जां शक्कर बनदी है जदों संघना हो जांदा है। ਉਹਦੇ ਉੱਤੋਂ ਜਿਹੜਾ ਜ਼ਿਮੀਦਾਰ ਹੁੰਦਾ ਨਾ, ਉਹ ਉਹਦੇ ਉੱਤੇ ਜਿਹੜੀ ਮੈਲ ਆਉਂਦੀ ਹੈ ਨਾ, ਉਹ ਲਾ ਲਾ ਕੇ ਇੱਕ ਪੀਪੇ 'ਚ ਪਾਈ ਜਾਂਦਾ ਤੇ ਪੀਪਾ ਰਾਤ ਉੱਥੇ ਹੀ ਪਿਆ ਰਹਿੰਦਾ। ਸ਼ਾਮੀ ਜ਼ਿਮੀਦਾਰ ਤੇ ਆ ਜਾਂਦਾ ਘਰ ਤੇ ਜਿਹੜੇ ਗਿੱਦੜ ਹੁੰਦੇ ਨੇ ਨਾ, ਉਹ ਫਿਰ ਉਹ ਮੈਲ ਖਾਂਦੇ ਨੇ। ਇਸੇ ਤਰ੍ਹਾਂ ਰਾਤ ਨੂੰ ਮੈਲ ਖਾ ਖਾ ਇੱਕ ਫਿੱਟਿਆ ਗਿੱਦੜ ਸੀ। ਉਹ ਇੱਕ ਦਿਨ ਤੁਰਿਆ ਜਾਣ ਡਿਆ ਸੀ, ਨਾਲ ਉਹਦੇ ਕੋਈ ਯਾਰ ਬੇਲੀ ਸਨ। ਅੱਗੋਂ ਆ ਗਿਆ ਸ਼ੇਰ, ਨੂਨ ਲੀਗ ਵਾਲਾ ਨਹੀਂ, ਅਸਲ ਵਾਲਾ ਸ਼ੇਰ। ਤੇ ਉਹ ਗਿੱਦੜ ਨੂੰ ਉਹਨਾਂ ਆਖਿਆ ਵੀ ਤੂੰ ਇਹਦੇ ਨਾਲੋਂ ਸੁਨੱਖਾ ਵੀ ਬਹੁਤਾ ਹੈ, ਤੂੰ ਇਹਦੇ ਨਾਲੋਂ ਜਿਹੜਾ ਉੱਚਾ ਵੀ ਬਹੁਤਾ ਹੈ, ਤੂੰ ਇਹਦੇ ਨਾਲੋਂ ਜਵਾਨ ਵੀ ਬਹੁਤਾ ਹੈ, ਫਿੱਟਿਆ ਵੀ ਬਹੁਤਾ ਹੈ ਤੇ ਤੇਰੀਆਂ ਅੱਖਾਂ 'ਚ ਵੀ ਖੂਨ ਆਇਆ ਹੈ ਤੇ ਤੂੰ ਤੇ ਇਹਨੂੰ ਉਧੇੜ ਛੜੇੜ ਛੱਡਣਾ ਤੇ ਇਹਨੂੰ ਡਰਾ ਦੇ ਅੱਜ ਸ਼ੇਰ ਨੂੰ, ਇੱਕ ਵਾਰ ਜਾਨ ਛੁੱਟ ਜਾਏ। ਗਿੱਦੜ ਨੇ ਉਹਨਾਂ ਨਾਲ ਵੇਖ ਕੇ ਆਖਿਆ, ਸੱਚੀ ਇੰਝ ਹੀ ਇਹ ਗੱਲ, ਵਾਕਈ ਮੇਰੀਆਂ ਅੱਖਾਂ 'ਚ ਖੂਨ ਉਤਰਿਆ? ਉਹਨਾਂ ਆਖਿਆ, ਜੀ ਬਿਲਕੁਲ ਉਤਰਿਆ ਹੋਇਆ ਤੇਰੀਆਂ ਅੱਖਾਂ 'ਚ ਖੂਨ। ਗਿੱਦੜ ਨੇ ਜਨਾਬ ਮਾਰਿਆ ਲਲਕਾਰਾ ਤੇ ਪੈ ਗਿਆ ਸ਼ੇਰ ਨੂੰ। ਸ਼ੇਰ ਨੇ ਦੋ ਇੱਧਰ ਛੱਡੀਆਂ ਤੇ ਦੋ ਇੱਧਰ ਛੱਡੀਆਂ, ਨੌ ਸ਼ੌਂ ਮਾਰੇ, ਹੋਰ ਤੇ ਕੁਝ ਬਹੁਤਾ ਨਾ ਕੀਤਾ, ਪਰ ਅਧੇੜ ਪਧੇੜ ਕੇ ਨਾ ਖਿਲਰਿਆ, ਲੁੱਟਿਆ ਪੁੱਟਿਆ ਗਿੱਦੜ ਜਿਹੜਾ ਨਾ, ਉਹ ਸਾਡੇ ਮੀਆਂ ਸਾਹਿਬ ਤਰ੍ਹਾਂ ਸੜਕ ਦੇ ਕਿਨਾਰੇ 'ਤੇ ਪਿਆ। ਲੰਘਣ ਵਾਲਾ ਕੋਈ ਲਾਗੋਂ ਲੰਘਿਆ, ਉਹਨੇ ਪੁੱਛਿਆ ਵੀ ਗਿੱਦੜਾ ਕੀ ਹੋਇਆ? ਉਹਨੇ ਕਿਹਾ, ਹੋਣਾ ਕੀ ਸੀ, ਨਾ ਮੇਰੇ ਲੂਈ ਕੰਡੇ ਖੜੇ ਹੋਏ ਸਨ, ਨਾ ਮੈਂ ਵਾਕਈ ਫਿੱਟਿਆ ਸਾਂ, ਨਾ ਮੇਰੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਸੀ, ਬਸ ਸ਼ਰੀਕਾਂ ਨੇ ਤੜਾ ਕੇ ਮਰਵਾ ਦਿੱਤਾ। ਉਹੀ ਕੰਮ ਹੋਇਆ ਜੇ ਮੀਆਂ ਨਵਾਜ਼ ਸ਼ਰੀਫ ਨਾਲ। ਜਿਹੜਾ ਚਾਚਾ ਟਿੱਡਾ ਮਤਲਬ ਕਿ ਸ਼ਬਾਜ਼ ਸ਼ਰੀਫ ਸਾਹਿਬ ਨੇ, ਉਹਨਾਂ ਦੀਆਂ ਸਾਰੀਆਂ ਫੁਰਤੀਆਂ ਸਨ ਕਿਉਂਕਿ ਉਹ ਲੰਮੇ ਟਾਈਮ ਵਾਸਤੇ ਬਾਜ਼ਾਰ ਤੇ ਉਜ਼ਮਾ ਲੈਣ ਜਾਣਾ ਚਾਹੁੰਦੇ ਸਨ। ਉਹਨਾਂ ਇਹ ਗੱਠਜੋੜ ਕੀਤਾ ਚੌਧਰੀ ਨਿਜ਼ਾਮਦੀਨ ਦੇ ਨਾਲ ਤੇ ਉਹ ਚੌਧਰੀ ਨਿਜ਼ਾਮਦੀਨ ਤੇ ਸ਼ਬਾਜ਼ ਸ਼ਰੀਫ ਤੇ ਨਵਾਜ਼ ਸ਼ਰੀਫ ਨਾਲ ਬਾ ਕੇ ਇੱਕ ਲੰਦਨ ਪਲਾਨ ਬਣਾਇਆ। ਨਵਾਜ਼ ਸ਼ਰੀਫ ਸਾਹਿਬ ਜਿਹੜੇ ਉੱਥੇ ਬੁੱਲੀਆਂ ਲੁੱਟ ਰਹੇ ਸਨ, ਉਹਨਾਂ ਨੂੰ ਇੱਥੇ ਲਿਆਂਦਾ, ਇੱਥੇ ਲਿਆ ਕੇ ਆਵਾਮ 'ਚ ਛੱਡਿਆ ਤੇ ਆਵਾਮ ਨੇ ਇਸ ਸ਼ੇਰ ਨੂੰ ਸਰਕਸ ਦਾ ਸ਼ੇਰ ਹੀ ਸਮਝਿਆ। ਕਿਸੇ ਢੇਮ ਮਾਰੀ ਤੇ ਕਿਸੇ ਸੀਟੀ ਮਾਰੀ, ਕਿਸੇ ਕਰਤੱਵ ਵੇਖਣ ਦੀ ਕੋਈ ਖਾਸ ਖਵਾਹਿਸ਼ ਨਾ ਕੀਤੀ। ਬਨਾਰਸੀ ਠੱਗਾਂ ਤਰ੍ਹਾਂ ਕਦੀ ਕੋਈ ਪੱਗ ਬੰਨੀ ਤੇ ਕਦੀ ਕੋਈ ਲੀੜੇ ਪਾਏ ਤੇ ਕਦੀ ਕੋਈ ਗੱਲ ਕੀਤੀ, ਕਦੀ ਫੈਸਲਾਬਾਦ ਵਾਲਿਆਂ ਦੇ ਸੱਜਿਓਂ ਖੱਬਿਓਂ ਉੱਤੋਂ ਥੱਲਿਓਂ ਤੇ ਵਿੱਚੋਂ ਦੀ ਮੋਟਰਵੇ ਕੱਢ ਦਿੱਤੀ ਤੇ ਕਦੀ ਗੁਜਰਾਂ ਵਾਲੇ ਜਾ ਕੇ ਪੁੱਛਦੇ ਰਹੇ ਕਿ ਆਈ ਲਵ ਯੂ, ਡੂ ਯੂ ਲਵ ਮੀ। ਇਹ ਸਾਰੇ ਤਮਾਸ਼ਿਆਂ ਦੇ ਬਾਵਜੂਦ ਵੀ ਜਿਹੜਾ ਸਰਕਸ ਦੇ ਵਿੱਚ ਰਿੰਗ ਮਾਸਟਰ ਸੀ ਨਾ ਚੌਧਰੀ ਨਿਜ਼ਾਮਦੀਨ, ਉਹਨੇ ਸੋਚਿਆ ਸੀ ਕਿ ਇਹਦਾ ਐਰਕੀ ਇਲਾਜ ਕਰਨਾ, ਇਹ 'ਤੇ ਕੰਬਲ ਪਾ ਕੇ ਭੰਨ ਚਾੜਨੀ। ਇਹ ਪਹਿਲਾਂ ਨਿਕਲ ਗਿਆ ਸੀ ਬਾਹਰ ਤੇ ਉੱਥੇ ਜਾ ਕੇ ਬੜੀਆਂ ਕਸੂਤੀਆਂ ਗੱਲਾਂ ਕਰਦਾ ਰਿਹਾ। ਉਹਨਾਂ ਜਨਾਬੇ ਵਾਲਾ ਚੌਧਰੀ ਸਾਹਿਬ ਨੂੰ ਚਾੜੀ ਕੁੱਟ ਤੇ ਉਹਨਾਂ ਮਾਨਸਰੇ ਵਾਲੀ ਸੀਟ ਹਰਾ ਦਿੱਤੀ। ਜਿਹੜੀ ਲਾਹੌਰ ਦੀ ਸੀਟ ਉਹ ਐਡੀ ਭੈੜੀ ਜਿਤਾਈ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਹੁਣ ਸਮਝ ਨਹੀਂ ਆਉਣ ਡਈ ਵੀ ਇਹਨੂੰ ਜਿੱਤਿਆ ਕਵਾਂ ਜਾਂ ਹਾਰਿਆ ਕਵਾਂ। ਮਤਲਬ ਨਾ ਹੀ ਅੱਖਾਂ 'ਚ ਖੂਨ ਆਇਆ, ਨਾ ਲੋਈ ਕੰਢੇ, ਬਸ ਸ਼ਰੀਕਾਂ ਤੜਾ ਕੇ ਮਰਾ ਦਿੱਤਾ। ਹੁਣ ਜ਼ਰਦਾਰੀ ਸਾਹਿਬ ਆਖਦੇ ਨੇ ਕਿ ਤੁਹਾਨੂੰ ਵਜ਼ੀਰ ਆਜ਼ਮ ਬਣਾਉਣ ਨੂੰ ਅਸੀਂ ਤਿਆਰ ਹਾਂ, ਪਰ ਤੁਹਾਡੇ ਕੋਲ ਤੇ ਸੀਟ ਹੀ ਕੋਈ ਨਹੀਂ।